सत श्री अकाल जी। पंजाबी खबरों के इस बुलेटिन में तुहाडा स्वागत है। मैं हरप्रीत सिंह गिला। एक नज़र मारदे हां हुण तक दी खास सुर्खियां ते। मध्य प्रदेश के मुरैना में वापरिया वड्डा हादसा। सुखोई 30 ते मिराज फाइटर जैट होए क्रैश। हादसे में एक पायलट की हुई मौत, 2 जख्मी। राहुल गांधी ने पुलवामा अतवादी हमले में शहीद हुए CRPF के जवानों को दी श्रद्धांजलि। भारत जोड़ो यात्रा दौरान राहुल गांधी ने शहीदों को दी श्रद्धांजलि। पटियाला का पलेठा मिलिटरी लिटरेचर फैसटीवल पूरी फौजी शानो शौकत नाल होया शुरू। पंजाब के कैबिनेट मंत्री डॉक्टर बलबीर सिंह ने की शिरकत। ਤੇ ਹੁਣ ਖਬਰਾਂ ਵਿਸਤਾਰ ਨਾਲ। ਭਾਰਤੀ ਹਵਾਈ ਫੌਜ ਦੇ 2 ਲੜਾਕੂ ਜਹਾਜ਼, ਇੱਕ ਸੁਖੋਈ MKI ਅਤੇ ਇੱਕ ਮਿਰਾਜ 2001 ਅਭਿਆਸ ਦੌਰਾਨ ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹੇ ਵਿੱਚ ਦੁਰਘਟਨਾਗ੍ਰਸਤ ਹੋ ਗਏ, ਜਿਸ ਵਿੱਚ ਇੱਕ ਪਾਇਲਟ ਦੀ ਮੌਤ ਹੋ ਗਈ ਜਦਕਿ 2 ਹੋਰ ਪਾਇਲਟ ਜ਼ਖਮੀ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਸੁਖੋਈ 30 MKI ਜਹਾਜ਼ ਦੇ ਪਾਇਲਟ ਸੁਰੱਖਿਅਤ ਬਾਹਰ ਨਿਕਲ ਗਏ ਜਦਕਿ ਮਿਰਾਜ 2000 ਦੇ ਪਾਇਲਟ ਦੀ ਮੌਤ ਹੋ ਗਈ। ਭਾਰਤੀ ਹਵਾਈ ਫੌਜ ਨੇ ਇੱਕ ਬਿਆਨ ਵਿੱਚ ਕਿਹਾ ਕਿ ਭਾਰਤੀ ਹਵਾਈ ਫੌਜ ਦੇ ਲੜਾਕੂ ਜਹਾਜ਼ ਸ਼ਨੀਵਾਰ ਸਵੇਰੇ ਗਵਾਲੀਅਰ ਨੇੜੇ ਦੁਰਘਟਨਾਗ੍ਰਸਤ ਹੋ ਗਏ। ਭਾਰਤੀ ਫੌਜ ਨੇ ਕਿਹਾ ਕਿ ਇਨ੍ਹਾਂ ਜਹਾਜ਼ਾਂ ਦੇ 3 ਪਾਇਲਟਾਂ ਵਿੱਚੋਂ ਇੱਕ ਪਾਇਲਟ ਨੂੰ ਗੰਭੀਰ ਸੱਟਾਂ ਲੱਗੀਆਂ। ਦੁਰਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਨੇ। ਕਾਂਗਰਸ ਆਗੂ ਰਾਹੁਲ ਗਾਂਧੀ ਨੇ 2019 ਵਿੱਚ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਵਾਪਰੇ ਇੱਕ ਆਤਮਘਾਤੀ ਹਮਲੇ ਵਿੱਚ ਸ਼ਹੀਦ ਹੋਏ ਕੇਂਦਰੀ ਰਿਜ਼ਰਵ ਫੋਰਸ ਦੇ 40 ਜਵਾਨਾਂ ਨੂੰ ਅੱਜ ਸ਼ਰਧਾਂਜਲੀ ਦਿੱਤੀ। ਭਾਰਤ ਜੋੜੋ ਯਾਤਰਾ ਦੇ ਆਖਰੀ ਪੜਾਅ ਤਹਿਤ ਘਾਟੀ ਵਿੱਚ ਪਹੁੰਚੇ ਰਾਹੁਲ ਨੇ ਜੰਮੂ ਕਸ਼ਮੀਰ ਨੈਸ਼ਨਲ ਹਾਈਵੇ ਉੱਤੇ ਉਸ ਥਾਂ ਤੇ ਫੁੱਲ ਭੇਂਟ ਕੀਤੇ ਜਿੱਥੇ 4 ਸਾਲ ਪਹਿਲਾਂ जैश-ए-मोहम्मद ਦੇ ਇੱਕ ਆਤਮਘਾਤੀ ਹਮਲਾਵਰ ਨੇ CRPF ਦੇ ਕਾਫਲੇ ਵਿੱਚ ਸ਼ਾਮਲ ਬੱਸ ਨੂੰ ਨਿਸ਼ਾਨਾ ਬਣਾਇਆ ਸੀ। ਸ਼੍ਰੀਨਗਰ ਵੱਲ ਵੱਧ ਰਹੀ ਭਾਰਤ ਜੋੜੋ ਯਾਤਰਾ ਪੁਲਵਾਮਾ ਹਮਲੇ ਵਿੱਚ ਸ਼ਹੀਦ CRPF ਜਵਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਕੁਝ ਦੇਰ ਜੰਮੂ ਕਸ਼ਮੀਰ ਨੈਸ਼ਨਲ ਹਾਈਵੇ ਉੱਤੇ ਰੋਕੀ ਗਈ। ਰਾਹੁਲ ਦੀ ਅਗਵਾਈ ਵਿੱਚ ਕੱਢੀ ਜਾ ਰਹੀ ਪੈਦਲ ਯਾਤਰਾ ਪਿਛਲੇ ਸਾਲ 7 ਸਤੰਬਰ ਨੂੰ ਤਾਮਿਲਨਾਡੂ ਦੇ ਕੰਨਿਆ ਕੁਮਾਰੀ ਤੋਂ ਸ਼ੁਰੂ ਹੋਈ ਸੀ ਅਤੇ 30 ਜਨਵਰੀ ਨੂੰ ਸ਼੍ਰੀਨਗਰ ਵਿੱਚ ਖਤਮ ਹੋਵੇਗੀ। ਪਟਿਆਲਾ ਦਾ ਪਲੇਠਾ 2 ਦਿਨਾਂ ਮਿਲਟਰੀ ਲਿਟਰੇਚਰ ਫੈਸਟੀਵਲ ਪੂਰੀ ਫੌਜੀ ਸ਼ਾਨੋ ਸ਼ੌਕਤ ਨਾਲ ਖਾਲਸਾ ਕਾਲਜ ਵਿੱਚ ਆਰੰਭ ਹੋਇਆ। ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਫੌਜੀ ਸਾਹਿਤ ਮੇਲੇ ਦਾ ਉਦਘਾਟਨ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੇ ਗੈਂਗਸਟਰਾਂ ਦੇ ਚੰਗਲ ਵਿੱਚੋਂ ਕੱਢਣ ਲਈ ਅਜਿਹੇ ਮਿਲਟਰੀ ਲਿਟਰੇਚਰ ਫੈਸਟੀਵਲ ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਅਤੇ ਯੂਨੀਵਰਸਿਟੀਆਂ ਦੇ ਪੱਧਰ ਤੇ ਕਰਵਾਏਗੀ। ਡਾਕਟਰ ਬਲਬੀਰ ਸਿੰਘ ਨੇ ਜਨਰਲ ਮਾਨਿਕ ਸ਼ਾਹ, ਜਨਰਲ ਹਰਬਖਸ਼ ਸਿੰਘ, ਜਨਰਲ ਜਗਜੀਤ ਸਿੰਘ ਅਰੋੜਾ ਤੇ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਵਰਗੇ ਕਈ ਫੌਜੀ ਜਰਨੈਲਾਂ ਦਾ ਜ਼ਿਕਰ ਕਰਦਿਆਂ ਮਿਲਟਰੀ ਦੀਆਂ ਵੀਰ ਗਾਥਾਵਾਂ ਤੇ ਮਿਲਟਰੀ ਦੇ ਮਾਣਮੱਤੇ ਇਤਿਹਾਸ ਤੋਂ ਅਗਲੀਆਂ ਪੀੜ੍ਹੀਆਂ ਨੂੰ ਜਾਣੂ ਕਰਵਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਜਿਹੇ ਮਿਲਟਰੀ ਫੈਸਟੀਵਲ ਬਾਕੀ ਜ਼ਿਲ੍ਹਿਆਂ ਵਿੱਚ ਕਰਵਾਉਣ ਦੇ ਐਲਾਨ ਕੀਤਾ। ਇਸ ਮੌਕੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਨੀ ਵੀ ਮੌਜੂਦ ਰਹੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਅਹਿਮ ਪ੍ਰੈਸ ਕਾਨਫਰੰਸ ਕੀਤੀ। ਇਸ ਪ੍ਰੈਸ ਕਾਨਫਰੰਸ ਵਿੱਚ ਮੁੱਖ ਮੰਤਰੀ ਨੇ ਦਿੱਲੀ ਦੇ ਵਿਕਾਸ ਬਾਰੇ ਲੋਕਾਂ ਨਾਲ ਜਾਣਕਾਰੀ ਸਾਂਝੀ ਕੀਤੀ। उन्होंने दस्सिया कि सरकार दिल्ली दी सड़कों को सुंदर बनाना चाहती है। केजरीवाल ने कहा कि सरकार लोक निर्माण विभाग दी 1400 किलोमीटर सड़कों सुंदर बनाएगी। इस दे नाल ही मुख्यमंत्री ने कहा कि फुटपाथ भी पक्के किए जाएंगे तो उन्होंने सुंदर बनाया जाएगा। उन्होंने कहा कि 20 मार्च के आस-पास वर्क ऑर्डर जारी कर दिता जाएगा जिस तो बाद काम शुरू होगा। उन्होंने कहा कि इसलिए 10 साल का ठेका दिता जा रहा है तां जो जेकर दोबारा सड़कों की टुट भज होंदी है तो महज 24 घंटे के अंदर अंदर उसनूं ठीक किया जा सके। उन्होंने दस्सिया कि इन्हां सड़कों की 10 सालों के विच 2 बार मुरम्मत की जाएगी। वो जो मैं कई महीनों से कई सालों से जिस प्रोजेक्ट के ऊपर काम कर रहा था अब वो प्रोजेक्ट सफल होता हुआ नज़र आ रहा है। हम दिल्ली की सड़कों को बहुत सुंदर बनाना चाहते थे। इसके ऊपर मैं कई सालों से काम कर रहा हूँ, कई पायलट प्रोजेक्ट्स करवाए। उन सब का नतीजा ये है कि अब ये प्रोजेक्ट सिरे चढ़ता नज़र आ रहा है। इसके तहत दिल्ली के सबसे पहले हम 1400 किलोमीटर PWD की जो सड़कें हैं 45 फुट से चौड़ी जो सड़कें हैं यानी कि 18 मीटर से ज़्यादा चौड़ी जो सड़कें हैं वो 1400 किलोमीटर सड़कें हैं। ये 1400 किलोमीटर सड़कें PWD के कंट्रोल में आती हैं, PWD के जुरिस्डिक्शन में आती हैं। तो PWD की सारी सड़कों को हम
सुंदर बनाने जा रहे हैं, रिपेयर करने जा रहे हैं, ठीक करने जा रहे हैं, उस पर क्या क्या काम करने जा रहे हैं वो सब मैं अब आपको बताने जा रहा हूँ। इसमें जितने भी फुटपाथ हैं और जितने भी सेंट्रल वर्ज हैं, आप देखते होंगे कई जगह फुटपाथ के ऊपर एक वो निकला हुआ स्लैब निकला हुआ है, कहीं कर्ब स्टोन निकला हुआ है, टूटे पड़े हैं, सेंट्रल वर्ज टूटे पड़े हैं, पत्थर इधर उधर हुए पड़े हैं, ये सारे रिपेयर किए जाएंगे। मैं शब्द रिपेयर इसलिए कर रहा हूँ क्योंकि सरकारी पैसा लुटाने के लिए अभी तक देखा गया कि एक पत्थर टूटता है तो सारा फुटपाथ बदल देते हैं। हम ये नहीं करने जा रहे। जहाँ एक पत्थर टूटा है वो एक पत्थर को बदलेंगे, जहाँ 10 पत्थर टूटे हैं वह 10 पत्थर को बदलेंगे, रिप्लेस करेंगे पत्थरों को। लेकिन हम पूरे के पूरे पैसा बचाने के लिए सारा फुटपाथ नहीं बदलेंगे। सारे फुटपाथ रिपेयर किए जाएंगे, सेंट्रल वर्ज सारे रिपेयर किए जाएंगे, सारे मैन होल्स जो टूटे हुए हैं वो रिपेयर किए जाएंगे, जितने प्री कास्ट स्लैब्स हैं वो टूटे हुए हैं वो रिप्लेस किए जाएंगे, साइनेजेस जितने हैं वो जहाँ जहाँ टूटे हैं वो सारे रिप्लेस किए जाएंगे, खंबे जो यहाँ पे सड़कों के ऊपर जो खंबे लगे हुए हैं बिजली के वो जहाँ जहाँ टूटे हैं उनको ठीक किया जाएगा। जो बिजली काम नहीं कर रही खंभों पे वो जो खराब है उसको ठीक किया जाएगा। जितने सबवेज हैं, सबवेज के अंदर जितनी रेलिंग्स हैं, जितनी लाइटें खराब हैं उनको रिपेयर किया जाएगा। जितने फुट ओवर ब्रिजेस टूटे फूटे पड़े हैं उनको रिपेयर किया जाएगा। जितनी साइड में रेलिंग लगी हुई हैं सड़कों की वो टूटी हुई हैं उनको रिपेयर किया जाएगा। और जो स्ट्रीट फर्नीचर टूटा हुआ है उस सारे स्ट्रीट फर्नीचर को रिपेयर किया जाएगा। इसके अलावा जो सड़कें अब हैं उन सड़कों में जितने गड्ढे हैं उनको रिपेयर किया जाएगा, जहां सड़कें क्रैक हो गई हैं उनको रिपेयर किया जाएगा। एक बार इनको सबको रिपेयर करने के बाद इन सब चीज़ों को हम उम्मीद करते हैं जिस दिन वर्क ऑर्डर होगा, वर्क ऑर्डर हमें उम्मीद है कि 20 मार्च के आसपास वर्क ऑर्डर हो जाएगा और 1 अप्रैल से काम चालू हो जाएगा। उसके 6 महीने के अंदर हमें उम्मीद है ये सारा रिपेयर का काम हम कंप्लीट कर लेंगे। उसके बाद 10 साल का हम कॉन्ट्रैक्ट दे रहे हैं कि फिर जब भी कुछ टूटेगा वो तुरंत रिपेयर किया जाएगा। उसके लिए फिर नया कोई कॉन्ट्रैक्ट देने की जरूरत नहीं पड़ेगी, नया कोई वो देने की जरूरत। अगले 10 साल का कॉन्ट्रैक्ट दे रहे हैं कि फिर कोई भी ब्रिज पे कुछ टूटा, फुटपाथ पे कुछ एक पत्थर टूटा, कहीं कुछ टूटेगा, तुरंत 24 घंटे के अंदर उसको रिप्लेस किया जाएगा, उसको रिपेयर किया जाएगा, ताकि हमारी सड़कें हमेशा चमकती और सुंदर नजर आएं। हरियाणा के मुख्य मंत्री मनोहर लाल ने आज सैक्टर 17 में आयोजित पंडित जसराज कल्चरल फाउंडेशन के स्थापना दिवस समारोह में शिरकत की। पंडित जसराज के 93वें जन्मदिन पर मनोहर लाल ने ऐलान किया कि पंचकूला के ऑक्सीजन पार्क का नाम पंडित जसराज के नाम उत्ते रखा जाएगा। इस तो इलावा पंडित जसराज के पिंड फतेहाबाद के पिंड पीली मंडोली के दोवें मुख्य गेटां का नाम भी उन्होंने नाम उत्ते रखा जाएगा। पिंड में लाइब्रेरी भी बनाई जाएगी, वॉलीबॉल नर्सरी ते पार्क बनाए जाएंगे। उन्हें कहा कि लड़कियां ते लड़कियों लिए वक्खो वक्खरे होणगे। इस दौरान मुख्यमंत्री ने जसराज फाउंडेशन को 21 लाख रुपए देने का ऐलान किया। उन्हें कहा कि फाउंडेशन उन्होंने तो जो भी जरूरत है वो उस लिए हमेशा तैयार रहेंगे। इस मौके पद्मश्री गायक सोनू निगम विशेष मेहमान वजों पहुंचे। समागम में पंडित जसराज की पत्नी मधुरा पंडित जसराज और उनकी बेटी दुर्गा जसराज तो इलावा कई उगियां शख्सियतां मौजूद रही। जैसे पंडित लक्ष्मीचंद जी की जो हरियाणवी संस्कृति और संगीत, अभिनय, कला, सांग इस क्षेत्र को आगे बढ़ाने के लिए हमने जो हमारी सुपवा यूनिवर्सिटी है उसका नाम ही पंडित लक्ष्मीचंद यूनिवर्सिटी रख दिया है। मैं बधाई देता हूँ उन बंधुओं को जिन्होंने पंडित लक्ष्मीचंद के नाम से वो फिल्म बनाई है, जो फिल्म सब और प्रसारित हो रही है और अच्छा उसका एक प्रसार हो रहा है। हमने कुरुक्षेत्र में मल्टी आर्ट कल्चरल सेंटर ये स्थापित किया है। हरियाणा कला परिषद इसका गठन किया है ताकि हम उन लोक कलाओं को मुफ्त में ट्रेनिंग दे सकें, क्योंकि ये मेरा मानना है कि कोई एक व्यक्ति या एक संगठन समाज में उतना बड़ा व्याप नहीं खड़ा कर सकता जितनी आज आवश्यकता है। तो हमको मल्टीपल तरीके से इन चीज़ों को आगे बढ़ाना होगा। तो इस नाते से मेरी अपेक्षा पंडित जसराज कल्चरल फाउंडेशन से भी यही है, देश में क्या करें, दुनिया में क्या करें, क्योंकि दुनिया में भी ऐसा नहीं कि आवश्यकता नहीं है, सब जगह आवश्यकता है। इवन पंडित जसराज जी ने भी
जो उनके जीवन में उल्लेखनीय एक बात जो आती है कि उन्होंने एक बहुत अनूठी उपलब्धि जो की 8 जनवरी 2012 को उन्होंने अंटार्कटिका, जो दक्षिण ध्रुव है, एकदम बर्फीला ध्रुव, वहां पर जाकर सी सिपरेट नामक क्रूज पर अपनी प्रस्तुति दी थी। एकदम इधर सो दुनिया में भी जाकर के उन्होंने अपना संगीत को फैलाने की बात कही। तो दुनिया में आवश्यकता नहीं, ऐसा नहीं है, लेकिन चैरिटी बिगिंस एट होम। अपने घर से हमको जरूर शुरू करना है। तो मेरी अपेक्षा यह है कि पंडित जसराज कल्चरल फाउंडेशन हरियाणा में भी काम करे, और जितने काम ये करेंगे उसमें सरकार की ओर से, प्रशासन की ओर से जो सहयोग सहायता होगी वो हम जरूर करेंगे। तो इसके लिए मुझे कहा नहीं है किसी ने, लेकिन फिर भी मेरे मन में आया है कि इस फाउंडेशन को काम करने के लिए हरियाणा में जो कार्यक्रम आप करेंगे उनको आगे बढ़ाइए। इनको बढ़ाने के लिए अब पता नहीं आपको आवश्यकता है नहीं है, इस कल्चरल फाउंडेशन का कितना बड़ा सिस्टम है मुझे मालूम नहीं, लेकिन फिर भी मैं एक सांकेतिक कह लीजिए या कुछ भी कह लीजिए, अपने एक सहयोग के नाते से 21 लाख रुपए का अनाउंसमेंट करता हूँ इस फाउंडेशन में मैं दूंगा। और जहाँ तक पंडित जसराज जी के जन्म स्थान का विषय, क्योंकि उस जन्म स्थान को भी याद रखना चाहिए, भूलना नहीं चाहिए। तो पीली बंदोरी गांव में भी बहुत से कामों की आवश्यकता है, ऐसा मैंने पता कराया है, बात भी हुई है। तो उसके अंदर विषय ये आया कि वहाँ पर एक गांव की तरफ 2 प्रवेश द्वार हैं, तो उन 2 प्रवेश द्वारों को पंडित जसराज जी के नाम से वो प्रवेश द्वार बनवाए जाएंगे, ताकि उस गांव में जाने आने वालों को पता लगे कि पंडित जसराज जी की ये जो स्थान है इस प्रकार से। और वहाँ एक पुस्तकालय जिसमें पंडित जसराज जी की सारी विधा के बारे में, चाहे संगीत है चाहे और भी कोई विषय उनकी जीवनी है, उस सारे को दिखाते हुए, और न केवल पंडित जसराज जी बल्कि उस विषय को, उस उद्देश्य को पूरा करने के लिए और भी जो लोगों के ऐसे साहित्य हैं या उसे संगीत के जो इंस्ट्रूमेंट्स हैं या वो कोई शिक्षा का केंद्र चलाना है, तो उसके लिए भी एक भवन का वहाँ निर्माण कराया जाएगा, और वर्तमान में एक पुस्तकालय का वहाँ निर्माण होगा। आगे उसका विस्तार जैसे करना है करेंगे। वहाँ के गांव के बच्चे स्पोर्ट्स में आगे बढ़ें, तो इसके लिए भी वहाँ तय किया है कि 2 नर्सरीज, अभी हमने नर्सरीज लगभग 500 शुरू की हैं, तो ऐसी 2 नर्सरीज खेलों के लिए, एक लड़कों के एक लड़कियों के लिए, वॉलीबॉल की नर्सरी, क्योंकि वहाँ के बच्चे वॉलीबॉल में शौक़ रखते हैं, ऐसा जो जानकारी मिली है, इसलिए 2 नर्सरीज उनकी शुरू की जाएंगी। एक वहाँ टीचर होता है, बाकी बच्चों को भी कुछ स्कॉलरशिप मिलता है, तो ऐसा एक सिस्टम उसका हमारा है। वहाँ का जो उस गांव में जो होकर के आया, मेरा जाना नहीं हुआ, लेकिन एक तालाब है, वो जो गंदा तालाब है, ओवरफ्लो है, उस तालाब को ठीक करने के लिए हमारी एक वाटर पॉन्ड अथॉरिटी बनी हुई, हरियाणा पॉन्ड अथॉरिटी। तो उस हरियाणा पॉन्ड अथॉरिटी के जिम्मे हम लगाएंगे उस तालाब की एक प्रकार से साफ करना, उसके रेनोवेशन करके वहाँ एक छोटा पार्क बनाना, वहाँ उसके ऊपर कुछ सौंदर्यकरण करना, ये सब भी किया जाएगा। और एक विषय है कि जो राजधानी के नज़दीक कहीं ना कहीं ऐसा कोई जगह तो हो जहाँ व्यक्ति जाए तो उनको पंडित जसराज जी की स्मृति होकर के आए। तो हमने पिछले दिनों में पंचकुला में एक ऑक्सीवन इसकी घोषणा की थी, शायद वो 60-65 एकड़ में है, नहीं करनाल अलग है, एक पंचकुला में भी है, करनाल और दूसरा नाम हमने दिया है। तो यहाँ पंचकुला में ऑक्सीवन जो है, उस ऑक्सीवन का नाम पंडित जसराज जी ऑक्सीवन ये रखा जाएगा। ਵੀਵੀਆਈਪੀ ਸਟਿੱਕਰਾਂ ਨੂੰ ਲੈ ਕੇ ਪੰਜਾਬ ਦੇ ਸਾਬਕਾ ਵਿਧਾਇਕਾਂ ਉੱਤੇ ਆਮ ਆਦਮੀ ਪਾਰਟੀ ਨੇ ਗੰਭੀਰ ਦੋਸ਼ ਲਗਾਏ ਨੇ। ਆਮ ਆਦਮੀ ਪਾਰਟੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਹਾਰਨ ਦੇ ਬਾਵਜੂਦ ਸਾਬਕਾ ਵਿਧਾਇਕ ਅਜੇ ਵੀ ਸਟਿੱਕਰ ਵਾਪਸ ਨਹੀਂ ਕਰ ਰਹੇ। उन्हें कहा कि ਵੀਵੀਆਈਪੀ ਸਟਿੱਕਰਾਂ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ ਹੈ। ਨਾ ਸਾਬਕਾ ਵਿਧਾਇਕਾਂ ਵੱਲੋਂ ਸਟਿੱਕਰਾਂ ਦੀ ਆੜ ਵਿੱਚ ਨਜਾਇਜ਼ ਕੰਮ ਕਰਵਾਏ ਜਾ ਰਹੇ ਨੇ। ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਦੱਸਿਆ ਕਿ ਸਾਬਕਾ ਵਿਧਾਇਕਾਂ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਚਰਨਜੀਤ ਸਿੰਘ ਚੰਨੀ ਸਮੇਤ ਕੁੱਲ 90 ਸਾਬਕਾ ਵਿਧਾਇਕ ਸ਼ਾਮਲ ਨੇ ਜਿਨ੍ਹਾਂ ਨੇ ਸਟਿੱਕਰ ਨਹੀਂ ਉਤਾਰੇ। ਉਹਨਾਂ ਨੂੰ ਸਾਬਕਾ ਵਿਧਾਇਕ ਬਣੇ ਕਰੀਬ 1 ਸਾਲ ਹੋ ਗਿਆ, ਪਰ ਉਹ ਵਿਧਾਇਕ ਦਾ ਵੀਵੀਆਈਪੀ ਸਟਿੱਕਰ ਵਾਪਸ ਦੇਣ ਨੂੰ ਤਿਆਰ ਨਹੀਂ। ਇਹਨਾਂ ਸਾਰੇ ਲੋਕਾਂ ਲਈ ਵਿਧਾਨ ਸਭਾ ਵਿੱਚ ਬਕਾਇਦਾ ਪੱਤਰ ਜਾਰੀ ਕਰਕੇ ਤੁਰੰਤ ਸਟਿੱਕਰ ਜਮ੍ਹਾਂ ਕਰਵਾਉਣ ਦੇ ਆਦੇਸ਼ ਦਿੱਤੇ ਗਏ ਨੇ।
ਇਸ ਦੇ ਲਈ ਪੰਜਾਬ ਵਿਧਾਨ ਸਭਾ ਨੇ ਉਹਨਾਂ ਨੂੰ 15 ਦਿਨ ਦਾ ਸਮਾਂ ਦਿੱਤਾ ਹੈ। ਕੰਗ ਨੇ ਕਿਹਾ ਕਿ ਸਾਬਕਾ ਵਿਧਾਇਕ ਟੋਲ ਪਲਾਜ਼ਿਆਂ ਦੇ ਉੱਤੇ ਵੀ VVIP ਸਟicker ਲਗਾ ਕੇ ਟੈਕਸ ਚੋਰੀ ਕਰ ਰਹੇ ਨੇ। ਇਹਨਾਂ 90 ਲੋਕਾਂ ਨੂੰ 15 ਦਿਨਾਂ ਵਿੱਚ ਸਟicker ਵਾਪਸ ਭੇਜਣ ਲਈ ਪੱਤਰ ਭੇਜਿਆ ਗਿਆ। ਮਰਹੂਮ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲ ਦੀ ਮੌਤ ਤੋਂ ਬਾਅਦ ਵੀ ਦੇਸ਼ਾਂ ਵਿਦੇਸ਼ਾਂ ਤੋਂ ਸਿੱਧੂ ਮੂਸੇਵਾਲ ਦੇ ਫੈਨ ਉਸ ਦੀ ਹਵੇਲੀ ਪਹੁੰਚ ਰਹੇ ਨੇ। ਉੱਥੇ ਹੀ ਅੱਜ ਇੱਕ ਫੈਨ ਜੰਮੂ ਕਸ਼ਮੀਰ ਤੋਂ ਪੈਦਲ ਅਤੇ ਲਿਫਟ ਲੈ ਕੇ ਸਿੱਧੂ ਮੂਸੇਵਾਲ ਦੀ ਯਾਦਗਾਰ ਤੇ ਸਜਦਾ ਕਰਨ ਲਈ ਪਹੁੰਚਿਆ। ਜੰਮੂ ਕਸ਼ਮੀਰ ਦੇ ਫੈਨ ਨਾਸਿਰ ਆਲਮ ਨੇ ਕਿਹਾ ਕਿ ਉਹ ਕਸ਼ਮੀਰ ਤੋਂ ਪੰਜਾਬ ਦੇ ਲੋਕਾਂ ਲਈ ਪਿਆਰ ਲੈ ਕੇ ਆਇਆ ਅਤੇ ਸਿੱਧੂ ਮੂਸੇਵਾਲ ਦੀ ਯਾਦਗਾਰ ਉੱਤੇ ਪਹੁੰਚ ਕੇ ਉਸ ਨੂੰ ਸਕੂਨ ਮਿਲਿਆ। ਉਸਨੇ ਸਿੱਧੂ ਮੂਸੇਵਾਲਾ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ। ਇਸ ਦੌਰਾਨ ਨਾਸਿਰ ਕਾਫੀ ਭਾਵੁਕ ਹੋਇਆ। ਉਹਨਾਂ ਨੇ ਸਿੱਧੂ ਮੂਸੇਵਾਲ ਦੀ ਮਾਤਾ ਨੂੰ ਦੱਸਿਆ ਕਿ ਉਹ ਕਾਫੀ ਲੰਬੇ ਸਮੇਂ ਤੋਂ ਸਿੱਧੂ ਮੂਸੇਵਾਲ ਦੇ ਗੀਤ ਸੁਣਦਾ ਰਿਹਾ ਹੈ ਤੇ ਸਿੱਧੂ ਮੂਸੇਵਾਲ ਦੇ ਗੀਤਾਂ ਵਿੱਚ ਸੱਚਾਈ ਹੁੰਦੀ ਹੈ। आया हूँ जम्मू कश्मीर डिस्ट्रिक्ट डोडा चनाब वैली से। सर का बहुत बड़ा फ़ैन था मैं। सर के गाने हम काफ़ी ज़्यादा सुनते थे हमारे जम्मू कश्मीर के अंदर। तो उसी वो जो गाने की जो फीलिंग है ना वो मुझे यहाँ पे लेके आई है। तो नॉर्मली मुझे 3 दिन हो गए ट्रैवल कर रहा हूँ मैं, लिफ्ट मांग मांग के और पैदल ट्रैवल कर रहा हूँ मैं। तो यहाँ तक जब मैं पहुँचा पंजाब के लोगों की काफ़ी ज़्यादा हेल्प मिली मुझे इस सफ़र में। जो जर्नी है जो मेरी स्टार्ट हुई है तो इस बीच में मुझे पंजाब के लोगों की काफ़ी ज़्यादा हेल्प मिली। जैसे लिफ्ट लगा मांगने में, रोकने लगे, खाने के बारे में पूछने लगे, कहीं पे नाइट स्टे किया वहाँ के लिए पूछने लगे, गुरुद्वारा में नाइट स्टे किया। तो काफ़ी ज़्यादा खुशी होती है कि पंजाब के लोगों से इतनी ज़्यादा हेल्प मिली मुझे। कब से फॉलो करते थे सिद्धू को? सिद्धू मूसे सर को बहुत पहले से फॉलो करते थे हम। कोई नॉर्मली 4-5 साल से तो मैं उनका गाना सुन रहा हूँ। क्या अच्छा लगता था? सिद्धू मूसे सर की जो उनकी जो सिंपल सिटी थी ना, वो जो बोलते हैं धरती के साथ जुड़े हुए बंदे, बस मिट्टी के साथ जुड़े, वो सबसे ज्यादा वही तो हमारे जम्मू कश्मीर में बोलते हैं कि सिद्धू सर जो थे वो धरती के साथ जुड़े हुए बंदे थे, मिट्टी के साथ जुड़े हुए बंदे। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਬਸੰਤ ਵਿਹਾਰ ਵਿੱਚ ਮੂਰਤੀ ਪੂਜਾ ਕਰਨ ਵਾਲੇ ਟੀਚਰ ਨੂੰ ਸਸਪੈਂਡ ਕੀਤਾ ਗਿਆ ਤੇ ਮਾਮਲੇ ਦੀ ਵਿਸਥਾਰਤ ਜਾਂਚ ਵਾਸਤੇ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਉਹਨਾਂ ਨੇ ਸਰਨਾ ਭਰਾਵਾਂ ਤੇ ਮਨਜੀਤ ਸਿੰਘ ਜੀ ਕੇ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਦਨਾਮ ਕਰਕੇ ਰਾਜਸੀ ਰੋਟੀਆਂ ਸੇਕਣ ਦੀ ਵੀ ਜ਼ੋਰਦਾਰ ਨਿਖੇਧੀ ਕੀਤੀ ਹੈ। ਇੱਕ ਬਿਆਨ ਵਿੱਚ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਜਿਵੇਂ ਹੀ ਮਾਮਲਾ ਪ੍ਰਬੰਧਕਾਂ ਦੇ ਧਿਆਨ ਵਿੱਚ ਆਇਆ ਤਾਂ ਉਹਨਾਂ ਤੁਰੰਤ ਸਕੂਲ ਦੇ ਪ੍ਰਿੰਸੀਪਲ ਨਾਲ ਰਾਬਤਾ ਕਾਇਮ ਕਰਕੇ ਇਸ ਦੀ ਰਿਪੋਰਟ ਮੰਗੀ। ਉਹਨਾਂ ਦੱਸਿਆ ਕਿ ਪ੍ਰਿੰਸੀਪਲ ਨੇ ਸਬੰਧਿਤ ਟੀਚਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ, ਜਿਸ ਦਾ ਜਵਾਬ ਜੋ ਉਸਨੇ ਦਿੱਤਾ ਉਹ ਤਸੱਲੀਬਖਸ਼ ਨਹੀਂ ਸੀ। ਉਸ ਦੇ ਜਵਾਬ ਤੋਂ ਇਹ ਪ੍ਰਤੀਤ ਹੋ ਰਿਹਾ ਸੀ ਕਿ ਕੁਝ ਜਾਣਬੁੱਝ ਕੇ ਇੱਕ ਯੋਜਨਾ ਤਹਿਤ ਕੀਤਾ ਗਿਆ ਤਾਂ ਜੋ ਸਕੂਲ ਨੂੰ ਬਦਨਾਮ ਕੀਤਾ ਜਾ ਸਕੇ। ਉਹਨੇ ਕਿਹਾ ਕਿ ਇਸ ਮਗਰੋਂ ਟੀਚਰ ਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕੱਲ ਸਵੇਰ ਤੋਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਬਸੰਤ ਵਿਹਾਰ ਦੇ ਇੱਕ ਇਸ਼ੂ ਨੂੰ ਲੈ ਕੇ ਬਹੁਤ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵਾਇਰਲ ਕੀਤੀਆਂ ਗਈਆਂ ਸਰਦਾਰ ਹਰਵਿੰਦਰ ਸਿੰਘ ਸਰਨਾ ਵੱਲੋਂ, ਸਰਦਾਰ ਮਨਜੀਤ ਸਿੰਘ ਜੀਕੇ ਵੱਲੋਂ। ਔਰ ਇਹ ਗੱਲ ਕੀਤੀ ਗਈ ਕਿ ਜਿੱਥੇ ਜਿਹੜੀ ਉੱਥੇ ਸਕੂਲ ਦੇ ਵਿੱਚ ਇੱਕ ਟੀਚਰ ਨੇ ਸਰਸਵਤੀ ਦੀ ਪੂਜਾ ਕੀਤੀ ਔਰ ਉਹਨੂੰ ਪ੍ਰਬੰਧਕਾਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਔਰ ਇਸ ਗੱਲ ਦੇ ਉੱਤੇ ਜਿਸ ਵਕਤ ਸਾਨੂੰ ਇਹ ਪਤਾ ਚੱਲਿਆ ਸੀ, ਅਸੀਂ ਬੜੀ ਸੰਜੀਦਗੀ ਦੇ ਨਾਲ ਪ੍ਰਿੰਸੀਪਲ ਨਾਲ ਗੱਲ ਕੀਤੀ ਔਰ ਪ੍ਰਿੰਸੀਪਲ ਨੇ ਜਦ ਸਟਾਫ ਦੀ ਉਸ ਟੀਚਰ ਨੂੰ ਬੁਲਾ ਕੇ ਉਹਨੂੰ ਸ਼ੋ ਕਾਜ਼ ਨੋਟਿਸ ਦਿੱਤਾ। ਜੋ ਉਹਦਾ ਐਕਸਪਲੇਨੇਟਰੀ ਨੋਟ ਸੀ ਉਹ ਇੱਕ ਸੈਟੀਸਫਾਈਡ ਨਹੀਂ ਸੀ। ਉੱਥੋਂ ਸਾਫ਼ ਪਤਾ ਚੱਲ ਰਿਹਾ ਸੀ ਕਿ ਇਹ ਕਿਸੇ ਨਾ ਕਿਸੇ ਦੇ ਕਹਿਣ ਦੇ ਉੱਤੇ ਕਾਰਜ ਹੋਏ। ਸੋ ਉਸ ਟੀਚਰ ਨੂੰ ਉਸੇ ਵਕਤ ਇਮੀਡੀਏਟ ਸਸਪੈਂਡ ਕਰਤਾ ਗਿਆ ਕਿਉਂਕਿ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਵਿਦਿਅਕ ਅਦਾਰਿਆਂ ਵਿੱਚ ਮੂਰਤੀ ਪੂਜਾ ਨਹੀਂ ਹੋ ਸਕਦੀ, ਇਹ ਦੁਨੀਆ ਨੂੰ ਪਤਾ ਹੈ। ਔਰ ਇਹ ਸਾਰਾ ਕੁਝ ਮੈਨੇਜਮੈਂਟ ਦੀ ਨੌਲੇਜ ਤੋਂ ਬਿਨਾਂ ਹੋਇਆ, ਪ੍ਰਿੰਸੀਪਲ ਦੀ ਨੌਲੇਜ ਤੋਂ ਬਿਨਾਂ ਹੋਇਆ ਔਰ ਜੋ ਬੰਦੀ ਕਾਰਵਾਈ ਸੀ ਉਹ ਟੀਚਰ ਦੇ ਉੱਤੇ ਕੀਤੀ ਗਈ। ਔਰ ਨਾਲ ਹੀ 3 ਮੈਂਬਰੀ ਕਮੇਟੀ ਐਫਓਜੀ ਬਣਾਤੀ ਗਈ ਜਿੱਥੋਂ ਪਤਾ ਚੱਲ ਸਕੇ ਕਿ ਇਸ ਟੀਚਰ ਨੇ ਕਿਹਦੇ ਕਹਿਣ ਦੇ ਉੱਤੇ, ਕਿਹੜੇ ਵਿਰੋਧੀਆਂ ਨੇ ਇਹ ਚਾਲ ਚੱਲੀ ਔਰ ਕਿਹਦੇ ਕਹਿਣ ਦੇ ਉੱਤੇ ਕਾਰਜ ਸ਼ੁਰੂ ਹੋਇਆ। ਇਹਦੀ ਇੱਕ 3 ਮੈਂਬਰੀ ਕਮੇਟੀ ਬਣਾਤੀ ਗਈ ਹੈ। ਮੈਂ ਸੰਗਤ ਜੀ ਆਪ ਜੀ ਨੂੰ ਅਪੀਲ ਕਰਨਾ ਚਾਹੁੰਦਾ ਕਿ ਇਹੋ ਜਿਹੇ ਲੋਕ ਜਿਹੜੇ ਇਸ ਇਹੋ ਜਿਹੇ ਇਸ਼ੂਜ਼ ਨੂੰ ਉਠਾ ਕੇ ਸੰਗਤ ਦੇ ਵਿੱਚ ਲਿਆ ਕੇ ਇਸ ਸਕੂਲਾਂ ਦੇ ਅਧਿਆਪਕਾਂ ਨੂੰ ਬਦਨਾਮ ਕਰਨਾ ਚਾਹੁੰਦੇ ਨੇ, ਕਿਉਂਕਿ ਇਹਨਾਂ ਦੀ ਸ਼ੁਰੂ ਤੋਂ ਮੋਡਸ ਆਪਰੈਂਡੀ ਇਹ ਰਹੀ ਹੈ ਕਿ ਦੂਜਿਆਂ ਨੂੰ ਬਦਨਾਮ ਕਰਕੇ ਇਹ ਆਪਣੇ ਆਪ ਨੂੰ ਸਿੱਧ ਕਰਨਾ ਚਾਹੁੰਦੇ ਆ। ਕਿਉਂਕਿ ਕੁਝ ਸਮਾਂ ਪਹਿਲੇ ਅਸੀਂ ਸਰਦਾਰ ਹਰਵਿੰਦਰ ਸਿੰਘ ਸਰਨਾ ਦੇ ਉੱਤੇ ਜਦ ਮੈਂ ਦੱਸਿਆ ਸੰਗਤ ਨੂੰ ਕਿ ਜਿਸ ਤਰੀਕੇ ਦੇ ਨਾਲ ਇਹਨਾਂ ਦਾ ਪਰਿਵਾਰ ਨਸ਼ਿਆਂ ਦੇ ਵਪਾਰ ਦੇ ਨਾਲ ਜੁੜਿਆ ਹੋਇਆ ਹੈ, ਇਹਨਾਂ ਦੇ ਵਿੱਚ ਇੱਕ ਤਰਲੋ ਮੱਚੀ ਹੋਈ ਹੈ ਔਰ ਇਹਨਾਂ ਨੇ ਹਰ ਪਾਸੇ ਹੀ ਕੋਸ਼ਿਸ਼ ਕੀਤੀ ਹੈ ਕਿ ਇਸ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਧਰੇ ਨਾ ਕਿਧਰੇ ਬਦਨਾਮ ਕੀਤਾ ਜਾਏ। ਸੋ ਮੈਂ ਸਮਝਦਾ ਕਿ ਇਹ ਨਸ਼ੇ ਦੇ ਵਪਾਰੀ ਸਾਨੂੰ ਮਾਨ ਮਰਿਆਦਾ ਨਾ ਸਿਖਾਉਣ। ਸਾਨੂੰ ਇਸ ਬਾਰੇ ਪੂਰੀ ਗਿਆਨਤਾ ਹੈ ਔਰ ਪੂਰੀ ਇਮਾਨਦਾਰੀ ਦੇ ਨਾਲ ਔਰ ਪੂਰੀ ਮਰਿਆਦਾ ਦੇ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜ ਸਾਰੇ ਚੱਲ ਰਹੇ ਹੈ। ਸੋ ਮੈਂ ਸਮੁੱਚੀ ਸੰਗਤ ਨੂੰ ਬੇਨਤੀ ਕਰਾਂਗਾ ਕਿ ਜਿਹੜੀ ਬੰਦੀ ਕਾਰਵਾਈ ਸਕੂਲ ਵੱਲੋਂ ਕੀਤੀ ਜਾਂਦੀ ਸੀ ਉਹ ਚੱਲ ਰਹੀ ਹੈ ਔਰ ਇਹਨਾਂ ਲੋਕਾਂ ਦੀਆਂ ਗੱਲਾਂ ਦੇ ਵਿੱਚ ਨਾ ਆਉਂਦੇ ਹੋਏ ਇਹਨਾਂ ਲੋਕਾਂ ਨੂੰ ਜਵਾਬ ਦਿੱਤਾ ਜਾਏ
ਕਿ ਇਹ ਗੱਲ ਤੁਸੀਂ ਸਾਡੇ ਨਾਲ ਗੱਲ ਆ ਕੇ ਕਰਦੇ, ਨਾ ਕਿ ਸੋਸ਼ਲ ਮੀਡੀਆ ਦੇ ਉੱਤੇ ਇਹੋ ਜਿਹੀਆਂ ਗੱਲਾਂ ਨੂੰ ਪ੍ਰਚਲਿਤ ਕਰਦੇ। ਸੋ ਇਹ ਲੋਕ ਇਸ ਗੱਲਾਂ ਦੇ ਉੱਤੇ ਗੁਰੇਜ਼ ਕਰਨ। ਮੈਂ ਸੰਗਤਾਂ ਨੂੰ ਇਹ ਅਗਾਹ ਕਰਨ ਵਾਸਤੇ ਅੱਜ ਵੀਡੀਓ ਪਾਈ ਹੈ। ਪਟਿਆਲਾ ਦੀ ਸੈਂਟਰਲ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਦਵਿੰਦਰ ਸਿੰਘ ਨਾਮਕ ਨੌਜਵਾਨ ਦੀ ਰਹੱਸਮਈ ਤਰੀਕੇ ਨਾਲ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦਵਿੰਦਰ ਸਿੰਘ ਨੂੰ ਜਿਸ ਸਮੇਂ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਇਸ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਜਦੋਂ ਤੱਕ ਉਹ ਪਟਿਆਲਾ ਦੇ ਹਸਪਤਾਲ ਵਿੱਚ ਪਹੁੰਚੇ ਉਦੋਂ ਤੱਕ ਦਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ। ਦੱਸ ਦਈਏ ਕਿ 1 ਜਨਵਰੀ ਨੂੰ ਪੁਲਿਸ ਵੱਲੋਂ ਦਵਿੰਦਰ ਸਿੰਘ ਨੂੰ ਨਸ਼ੀਲੀਆਂ ਗੋਲੀਆਂ ਵੇਚਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਦਵਿੰਦਰ ਸਿੰਘ ਹੈ ਜੀ, ਮੇਰੇ ਤਾਇਆ ਜੀ ਦਾ ਲੜਕਾ, ਕਜ਼ਨ ਬ੍ਰਦਰ ਹੈ। ਕੀ ਹੋਇਆ ਜੀ? 1 ਤਰੀਕ ਨੂੰ ਉਹਨੂੰ ਦੁਕਾਨ ਤੋਂ 11:30 ਵਜੇ ਲੈ ਕੇ ਗਏ ਆ ਜੀ, ਅਨਾਜ ਮੰਡੀ ਥਾਣੇ ਵਾਲੇ ਜੀ, ਜਿਹੜਾ ਕਿ ਸਾਨੂੰ ਰਾਤ ਨੂੰ ਉਹਨਾਂ ਨੇ 9:30-10 ਵਜੇ ਫੋਨ ਕਰਕੇ ਦੱਸਿਆ ਕਿ ਅਸੀਂ ਤੁਹਾਡੇ ਬੰਦੇ ਨੂੰ ਫੜਿਆ, ਆਹ ਥਾਣੇ ਦੇ ਵਿੱਚ ਹੈ ਜੀ, ਕਿ ਤੁਸੀਂ ਆ ਜਾਓ, ਦੇਖ ਲਓ, ਜੇ ਕੋਈ ਸਮਾਨ ਸਮੂਨ ਦੇਣਾ, ਕੰਬਲ ਕੁੰਬਲ ਤਾਂ ਦੇ ਜਾਓ। ਤੇ ਇਹਨਾਂ ਨੇ ਜੀ ਜਿਹੜਾ FIR ਕੀਤੀ ਆ, ਉਹਦੇ ਵਿੱਚ ਇਹਨਾਂ ਨੇ ਇਹ ਸ਼ੋਅ ਕੀਤਾ ਕਿ 4 ਤੋਂ ਲੈ ਕੇ 5:30 ਵਜੇ ਤੱਕ ਅਸੀਂ ਰੇਲਵੇ ਸਟੇਸ਼ਨ ਲਾਈਨਾਂ 'ਤੇ ਚੈਕਿੰਗ ਕਰ ਰਹੇ ਸੀ, ਅਸੀਂ ਉੱਥੋਂ ਫੜਿਆ ਗਿਆ। ਸਾਡੇ ਕੋਲ ਇਸ ਚੀਜ਼ ਦੇ ਪੁਖਤਾ ਐਵੀਡੈਂਸ ਨੇ ਕਿ ਸਾਡੀ ਦੁਕਾਨ ਤੋਂ 11-11:30 ਵਜੇ ਲੈ ਕੇ ਗਏ ਨੇ ਤੇ ਇਹਨਾਂ ਨੇ ਪਰਚਾ ਦਿੱਤਾ ਕਿ ਉੱਥੋਂ ਫੜਿਆ ਜੀ। ਜਦ ਕਿ ਸਾਡੇ ਜਿਹੜੇ ਧਰਮਪੁਰਾ ਬਾਜ਼ਾਰ ਦਵਾਈਆਂ ਦੀ ਦੁਕਾਨ ਆ, ਉੱਥੇ ਕਤਵਾਲੀ ਏਰੀਆ ਪੈਂਦਾ, ਦੁਕਾਨ ਤੋਂ ਕੁਝ ਮਿਲਿਆ ਨਹੀਂ, ਕੁਝ ਲੈ ਕੇ ਨਹੀਂ ਗਏ, ਰੱਬ ਜਾਣੇ ਕੀ ਗੱਲ ਸੀ ਕੀ ਨਹੀਂ। ਕੱਲ੍ਹ ਤੋਂ ਭਰਾ ਬਿਮਾਰ ਸੀਗਾ, ਸਾਨੂੰ ਨਹੀਂ ਪਤਾ ਲੱਗਿਆ, ਨਾ ਇਹਨਾਂ ਨੇ ਸਾਨੂੰ ਦੱਸਿਆ ਕਿ ਉਹ ਬਿਮਾਰ ਹੈ ਕਿ ਨਹੀਂ ਬਿਮਾਰ। ਤੇ ਇਹ ਅੱਜ ਸਵੇਰੇ ਲੈ ਕੇ ਆਏ ਨੇ, ਜਦੋਂ ਡਾਕਟਰਾਂ ਕੋਲ ਲੈ ਕੇ ਆਏ ਨੇ ਤਾਂ ਉਰੇ ਉਹਨਾਂ ਨੇ ਡੈੱਡ ਘੋਸ਼ਿਤ ਕੀਤਾ। ਸਾਨੂੰ ਪ੍ਰਸ਼ਾਸਨ ਨੇ ਕੋਈ ਫੋਨ ਕਰਕੇ ਨਹੀਂ ਦੱਸਿਆ ਕਿ ਤੁਹਾਡਾ ਬੰਦਾ ਬਿਮਾਰ ਹੈ, ਅਸੀਂ ਲੈ ਕੇ ਚੱਲੇ ਹਾਂ ਜਾਂ ਹਸਪਤਾਲ ਐਡਮਿਟ ਕਰਾਇਆ ਪਿਆ ਉਰੇ। ਉਹਨਾਂ ਨੇ ਸਾਨੂੰ ਕੋਈ ਨਹੀਂ, ਸਾਨੂੰ ਅੰਦਰੋਂ ਕਿਸੇ ਨੇ, ਸਾਡੇ ਜਾਣਕਾਰ ਨੇ ਮੈਸੇਜ ਲਗਾਇਆ ਕਿ ਉਹਨਾਂ ਦੇ ਘਰ ਸੁਨੇਹਾ ਲਾ ਦਿਓ ਅਗਲੇ ਕਿ ਐਵੇਂ ਉਹਨਾਂ ਦਾ ਬੰਦਾ ਬਿਮਾਰ ਹੈ, ਸੀਰੀਅਸ ਹੈ, ਉਹਨੂੰ ਰਜਿੰਦਰਾ ਲੈ ਕੇ ਗਏ ਨੇ। ਪ੍ਰਸ਼ਾਸਨ ਨੇ ਹਜੇ ਤੱਕ ਸਾਨੂੰ ਵੀ ਇਤਲਾਹ ਨਹੀਂ ਕੀਤੀ। ਪ੍ਰਸ਼ਾਸਨ ਬਾਅਦ ਇੱਕੋ ਗੱਲ ਤੇ ਤੁਸੀਂ ਫਟਾਫਟ ਪੋਸਟਮਾਰਟਮ ਕਰਾ ਲਓ, ਫਟਾਫਟ ਪੋਸਟਮਾਰਟਮ। ਉਹਦੇ ਨੱਕ ਦੇ ਵਿੱਚੋਂ ਝੱਗ ਨਿਕਲ ਰਹੀ ਹੈ, ਮੂੰਹ ਦੇ ਵਿੱਚੋਂ ਖੂਨ ਆ ਰਿਹਾ ਹੈ, ਹੱਥ ਤੇ ਸਰਿੰਜਾਂ ਲੱਗੀਆਂ ਵੀ ਹੈ, ਮਤਲਬ ਇਹਦਾ ਮਤਲਬ ਸਰਿੰਜਾਂ ਲੱਗੀਆਂ, ਕੱਲ ਗਲੂਕੋਜ਼ ਲਗਾਇਆ ਹੋਵੇਗਾ ਜਾਂ ਕੋਈ ਘੱਟੋ ਘੱਟ ਪ੍ਰਸ਼ਾਸਨ ਦਾ ਸਾਨੂੰ ਫੋਨ ਕਰਕੇ ਦੱਸਣਾ ਫਰਜ਼ ਤਾਂ ਬਣਦਾ ਹੈ। ਕਿਹੜੀ ਜੇਲ੍ਹ 'ਚ ਸੀਗਾ ਉਹ? ਸੈਂਟਰ ਜੇਲ੍ਹ ਪਟਿਆਲਾ ਦੇ ਵਿੱਚ ਸੀਗਾ ਜੀ। ਮੱਲਾਂਵਾਲਾ ਵਿੱਚ ਵਿਆਹ ਦੇ ਜਸ਼ਨਾਂ ਵਿੱਚ ਡੁੱਬੇ ਪਰਿਵਾਰ ਉੱਤੇ ਅਚਾਨਕ ਦੁੱਖਾਂ ਦਾ ਪਹਾੜ ਟੁੱਟ ਗਿਆ। ਦੱਸ ਦਈਏ ਕਿ ਭੈਣ ਦੇ ਵਿਆਹ ਦਾ ਸਮਾਨ ਲੈਣ ਲਈ ਮੱਲਾਂਵਾਲਾ ਬਾਜ਼ਾਰ ਵਿੱਚ ਆਏ ਭਰਾ ਦੀ 2.5 ਸਾਲ ਦੀ ਲੜਕੀ ਦੁਕਾਨ ਤੋਂ ਬਾਹਰ ਬਣੇ ਗੰਦੇ ਨਾਲੇ ਵਿੱਚ ਡਿੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕਾ ਦਾ ਨਾਮ ਨਵਰਾਜ ਕੌਰ ਦੱਸਿਆ ਜਾ ਰਿਹਾ ਹੈ। ਸਰਵਣ ਸਿੰਘ ਨੇ ਦੱਸਿਆ ਕਿ ਉਸ ਦੇ ਘਰ ਉਸ ਦੀ ਭੈਣ ਦਾ ਵਿਆਹ ਰੱਖਿਆ ਹੋਇਆ ਸੀ, ਜਿਸ ਲਈ ਕੱਪੜਿਆਂ ਦੀ ਖਰੀਦਦਾਰੀ ਕਰਨ ਲਈ ਉਹ ਮੱਲਾਂਵਾਲਾ ਪਹੁੰਚੇ ਸਨ। ਇਸ ਦੌਰਾਨ ਉਹ ਕੱਪੜੇ ਖਰੀਦਣ ਵਿੱਚ ਮਸ਼ਰੂਫ ਹੋ ਗਏ ਤੇ ਬੱਚੀ ਖੇਡਦੀ ਦੁਕਾਨ ਦੇ ਬਾਹਰ ਬਣੇ ਨਾਲੇ ਵਿੱਚ ਜਾ ਡਿੱਗੀ ਤੇ ਡੁੱਬਣ ਨਾਲ ਉਸ ਦੀ ਮੌਤ ਹੋ ਗਈ। ਸਰਵਣ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੀ ਬੱਚੀ ਨੂੰ ਕਾਫੀ ਸਮਾਂ ਉਹਨਾਂ ਨੇ ਲੱਭਿਆ, ਪਰ ਫਿਰ ਪਤਾ ਲੱਗਿਆ ਕਿ ਬੱਚੀ ਗੰਦੇ ਨਾਲੇ ਵਿੱਚ ਡਿੱਗ ਪਈ ਹੈ, ਜਿਸ ਤੋਂ ਬਾਅਦ ਉਸ ਦੀ ਲਾਸ਼ ਬਾਹਰ ਕੱਢੀ ਗਈ। ਅਜੀ ਘਰੇ ਵਿਆਹ ਰੱਖਿਆ ਹੋਇਆ ਸੀ ਭੈਣ ਦਾ, ਅਸੀਂ ਕੱਪੜੇ ਲੈਣ ਗਏ ਸੀ ਮੱਲਾ ਵਾਲੇ ਤੇ ਬਾਜ਼ਾਰ ਦੇ ਵਿੱਚ, ਮਤਲਬ ਅਸੀਂ ਕੱਪੜੇ ਖਰੀਦਦੇ ਪਏ ਸੀ ਤੇ ਮੇਰੀ ਛੋਟੀ ਜਿਹੀ ਗੁੜੀਆ ਸੀ 2.5 ਸਾਲਾਂ ਦੀ, ਤੇ ਅਸੀਂ ਕੱਪੜੇ ਲੈਂਦੇ ਸੀ, ਉਧਰ ਆਰੇ ਲੱਗ ਗਏ ਆ ਤੇ ਗੁੜੀਆ ਕਿਤੇ ਬਾਹਰ ਨਿਕਲੀ ਆ ਤੇ ਉਹਦਾ ਪੈਰ ਕਿਤੇ ਥੱਲੇ ਬਾਣੇ 'ਚ ਡਿੱਗ ਪਈ ਆ ਤੇ ਮੇਰੀ ਬੱਚੀ ਦੀ ਮੌਤ ਹੋ ਗਈ ਆ। ਤੇ ਇਹ ਸਰਕਾਰਾਂ ਦੀਆਂ ਨਗੇਲੀਆਂ ਤੋਂ। ਪਿੰਡ ਚੌਧਰੀਵਾਲ ਵਿੱਚ 3 ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਸੜਕ ਕਿਨਾਰੇ ਖੜੇ ਨੌਜਵਾਨ ਉੱਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ, ਜਿਸ ਦੇ ਚੱਲਦਿਆਂ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ, ਜਦਕਿ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਇਸ ਸੰਬੰਧੀ ਸਿਵਲ ਹਸਪਤਾਲ ਬਟਾਲਾ ਵਿੱਚ ਜ਼ੇਰੇ ਇਲਾਜ ਸ਼ਰਨਜੀਤ ਸਿੰਘ ਵਾਸੀ ਰੰਗੜ ਨੰਗਲ ਨੇ ਦੱਸਿਆ ਕਿ ਅੱਜ ਦੁਪਹਿਰ 2 ਵਜੇ ਉਹ ਆਪਣੀ ਮਾਤਾ ਅਤੇ ਭੈਣ ਨਾਲ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਪਿੰਡ ਚੌਧਰੀਵਾਲ ਵਿਖੇ ਦਵਾਈ ਲੈਣ ਲਈ ਆਇਆ ਸੀ। ਉਸਨੇ ਦੱਸਿਆ ਕਿ ਉਸਦੀ ਮਾਤਾ ਅਤੇ ਭੈਣ ਦਵਾਈ ਲੈਣ ਲਈ ਮੈਡੀਕਲ ਸਟੋਰ ਉੱਤੇ ਗਏ, ਜਦਕਿ ਉਹ ਆਪਣੇ ਮੋਟਰਸਾਈਕਲ ਨਾਲ ਸੜਕ ਕਿਨਾਰੇ ਖੜਾ ਸੀ ਕਿ ਇਸ ਦੌਰਾਨ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਆਏ 3 ਅਣਪਛਾਤੇ ਨੌਜਵਾਨ, ਜਿਨ੍ਹਾਂ ਦੇ ਮੂੰਹ ਕੱਪੜੇ ਨਾਲ ਢਕੇ ਹੋਏ ਸਨ, ਨੇ ਉਸ ਉੱਤੇ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ 2 ਗੋਲੀਆਂ ਉਸ ਦੇ ਪੱਟ ਤੇ ਜਾ ਲੱਗੀਆਂ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਪੁਲਿਸ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਅੱਡਾ ਬੌਲੀ ਰਾਮ ਤੀਰਥ ਰੋਡ ਸ਼੍ਰੀ ਅੰਮ੍ਰਿਤਸਰ, ਜੋ ਕਿ ਪਿਛਲੇ ਲੰਬੇ ਸਮੇਂ ਤੋਂ ਜ਼ਰੂਰਤਮੰਦਾਂ ਦੀ ਸੇਵਾ ਕਰ ਰਿਹਾ ਹੈ ਤੇ ਜਿਸ ਵਿੱਚ ਦਾਤਾ ਬੰਦੀ ਛੋੜ ਪਬਲਿਕ ਸਕੂਲ, ਸੰਗੀਤ ਅਕੈਡਮੀ, ਬਾਬੇ ਨਾਨਕ ਦਾ ਲੰਗਰ, ਲੋੜਵੰਦ ਪਰਿਵਾਰਾਂ ਨੂੰ ਫ੍ਰੀ ਟਿਫਨ, ਵਿਧਵਾ ਬੀਬੀਆਂ ਨੂੰ ਰਾਸ਼ਨ ਦਿੱਤਾ ਜਾ ਰਿਹਾ ਹੈ। ਅੱਜ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਦੀ ਪਹਿਲੀ ਮੰਜ਼ਿਲ ਦਾ ਉਦਘਾਟਨ ਭਾਈ ਗੁਰੇਕਵਾਲ ਸਿੰਘ, ਭਾਈ ਅਮਨਦੀਪ ਸਿੰਘ, ਕੈਬਨਿਟ ਮੰਤਰੀ ਡਾਕਟਰ ਇੰਦਰਬੀਰ ਸਿੰਘ ਨਿੱਜਰ ਸਿੰਘ ਸਾਹਿਬ, ਗਿਆਨੀ ਰਘਵੀਰ ਸਿੰਘ, ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਬਾਬਾ ਤੇਜਿੰਦਰ ਸਿੰਘ ਤੇ ਹੋਰਨਾਂ ਅਹਿਮ ਸ਼ਖਸੀਅਤਾਂ ਦੀ ਮੌਜੂਦਗੀ ਵਿੱਚ ਕੀਤਾ ਗਿਆ। ਇਸ ਤੋਂ ਪਹਿਲਾਂ ਭਾਈ ਗੁਰੇਕਵਾਲ ਸਿੰਘ ਤੇ ਭਾਈ ਅਮਨਦੀਪ ਸਿੰਘ ਜੀ ਵੱਲੋਂ ਕਥਾ ਕੀਰਤਨ ਕਰਦਿਆਂ ਸੰਗਤਾਂ ਨੂੰ ਗੁਰਬਾਣੀ ਤੇ ਗੁਰ ਇਤਿਹਾਸ ਨਾਲ ਜੋੜਿਆ ਗਿਆ ਅਤੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਗਈਆਂ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਅੱਜ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਦੇ ਵਿੱਚ ਰਾਮ ਤੀਰਥ ਰੋਡ ਤੇ ਜੋ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਚੱਲ ਰਿਹਾ ਹੈ, ਉਸੇ ਟਰੱਸਟ ਦੇ ਅਧੀਨ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ, ਜੋ ਪਿਛਲੇ
1.5 ਸਾਲਾਂ ਤੋਂ ਸੇਵਾਵਾਂ ਦੇ ਖੇਤਰ ਵਿੱਚ ਜੋ ਸੇਵਾਵਾਂ ਨਿਭਾ ਰਿਹਾ। ਅੱਜ ਬਹੁਤ ਖੁਸ਼ੀ ਹੋਈ। ਅੱਗੇ ਇਹ ਜੋ ਹਸਪਤਾਲ ਗਰਾਊਂਡ ਫਲੋਰ ਤੇ ਚੱਲਦਾ ਸੀ, ਜਿਹਦੇ ਵਿੱਚ ਸਰੀਰਕ ਜਿਹੜੇ ਰੋਗ ਨੇ ਵੱਖ-ਵੱਖ ਤਰ੍ਹਾਂ ਦੇ ਵੱਖ-ਵੱਖ ਡਾਕਟਰ ਬਹਿ ਕੇ ਜੋ ਇਲਾਜ ਕਰਦੇ ਸੀ, ਅੱਜ ਮਨ ਨੂੰ ਪ੍ਰਸੰਨਤਾ ਹੋ ਰਹੀ ਹੈ ਕਿ ਉੱਪਰ ਜੋ ਫਸਟ ਫਲੋਰ ਦੀ ਓਪਨਿੰਗ ਹੋਈ, ਇਹਦੇ ਵਿੱਚ ਅਲਟਰਾਸਾਊਂਡ, ਫਿਜ਼ੀਓਥੈਰੇਪੀ ਨਾਲ ਅੱਖਾਂ ਦੇ ਸਾਰੇ ਇਲਾਜ, ਆਪਰੇਸ਼ਨ, ਡੈਂਟਲ ਦੇ ਸਾਰੇ ਕਾਰਜ, ਡੈਂਟਲ ਦੇ ਸਾਰੇ ਦੰਦਾਂ ਦੇ ਆਪਰੇਸ਼ਨ, ਤੇ ਇਸ ਤੋਂ ਇਲਾਵਾ ENT ਦੇ ਸਾਰੇ ਕਾਰਜ, ਤੇ ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸੇਵਾਵਾਂ ਜੋ 8 ਫਰਵਰੀ ਤੋਂ ਸ਼ੁਰੂ ਹੋ ਜਾਣਗੀਆਂ। ਬਸ ਮਨ ਦੀ ਇਹੋ ਹੀ ਭਾਵਨਾ ਹੈ, ਮਨ ਦੀ ਇਹੋ ਹੀ ਇੱਛਾ ਹੈ ਕਿ ਜੋ ਜ਼ਰੂਰਤਮੰਦ ਨੇ, ਜੋ ਚੰਗੇ ਹਸਪਤਾਲਾਂ ਦੇ ਵਿੱਚ ਆਪਣਾ ਇਲਾਜ ਨਹੀਂ ਕਰਵਾ ਸਕਦੇ, ਉਹ ਥੋੜ੍ਹੇ ਜਿਹੇ ਰੁਪਈਆਂ ਦੇ ਵਿੱਚ ਇਸ ਹਸਪਤਾਲ ਤੋਂ ਵੱਧ ਲਾਭ ਲੈਣ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਫਿਲਹਾਲ ਇੰਨਾ ਹੀ। ਜਾਂਦੇ ਨਜ਼ਰ ਮਾਰਦੇ ਹਾਂ ਮੌਸਮ ਦੇ ਹਾਲ ਉੱਤੇ। ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ। ਧੰਨਵਾਦ।